ਮਾਤਾ ਜੀ ਦੇ ਕਹਿਣ ਦੇ ਉੱਤੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਹਨ ਨੂੰ ਜਾਣ ਲਈ ਤਿਆਰ ਹੋ ਗਏ। ਦੂਸਰੇ ਦਿਨ ਸਵੇਰੇ ਹੀ ਤਿਆਰੀ ਦਾ ਬੜਾ ਭਾਰੀ ਧੌਂਸਾ ਵੱਜਿਆ। ਸਭ ਸੈਨਾ, ਹਾਥੀ, ਘੋੜੇ, ਮਾਲ ਅਸਬਾਬ ਤਿਆਰ ਬਰ ਤਿਆਰ ਹੋ ਗਏ। ਮਾਤਾ ਗੁਜਰੀ ਜੀ, ਮਾਤਾ ਨਾਨਕੀ ਜੀ ਅਤੇ ਸਤਿਗੁਰ ਜੀ ਦੇ ਮਹਿਲ ਮਾਤਾ ਜੀਤੋ ਜੀ ਤੇ ਸੁੰਦਰੀ ਜੀ ਦੀ ਸਵਾਰੀ ਵਾਸਤੇ ਪਾਲਕੀਆਂ ਤਿਆਰ ਹੋ ਗਈਆਂ। ਆਪ ਸਤਿਗੁਰ ਜੀ ਨੇ ਸ਼ਸਤਰ ਬਸਤਰ ਸਜਾਏ ਅਤੇ ਕਮਰ ਕੱਸਾ ਕਰਕੇ ਘੋੜੇ ਉੱਤੇ ਸਵਾਰ ਹੋ ਗਏ। 500 ਉਦਾਸੀ ਸਾਧੂ, ਸਿੱਖ ਸੈਨਾ ਅਤੇ ਸੰਗਤ ਦਾ ਵਹੀਰ ਪੈਦਲ ਤੁਰ ਪਏ। ਆਨੰਦਪੁਰ ਦੀ ਸੰਭਾਲ ਵਾਸਤੇ ਕੁਝ ਪੈਦਲ ਸੈਨਾ ਪਿੱਛੇ ਰੱਖ ਕੇ ਉਹਨਾਂ ਦੇ ਪ੍ਰਬੰਧ ਵਾਸਤੇ ਬਾਬਾ ਸੂਰਜਮਲ ਜੀ ਦੇ 2 ਪੁੱਤਰਾਂ ਤੇ ਕੁਝ ਮਸੰਦਾਂ ਨੂੰ ਨਿਯਤ ਕਰ ਦਿੱਤਾ ਗਿਆ। ਕੀਰਤਪੁਰ ਪਹਿਲਾ ਪੜਾਓ ਕਰਕੇ ਸਤਿਗੁਰ ਜੀ ਨੇ ਕੜਾਹ ਪ੍ਰਸ਼ਾਦ ਦੀ ਬਹੁਤ ਵੱਡੀ ਦੇਗ ਕਰਾ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਸਥਾਨ ਉੱਤੇ ਅਰਦਾਸਾ ਕਰਕੇ ਵਰਤਾਈ। ਇੱਕ ਰਾਤ ਇੱਥੇ ਵਿਸ਼ਰਾਮ ਕਰਕੇ ਦੂਸਰੇ ਦਿਨ ਅੰਮ੍ਰਿਤ ਵੇਲੇ ਹੀ ਸਤਿਗੁਰ ਜੀ ਨੇ ਰਣਜੀਤ ਨਗਾਰੇ ਨੂੰ ਚੋਟ ਲਾ ਕੇ ਕੂਚ ਕਰ ਦਿੱਤਾ। ਰਸਤੇ ਵਿੱਚ ਸ਼ਿਕਾਰ ਆਦਿਕ ਦਿਲ ਪਰਚਾਵੇ ਹਾਸ ਬਲਾਸ ਕਰਦੇ ਸਤਿਗੁਰ ਜੀ ਰੋਪੜ ਆ ਬਰਾਜੇ। ਦੂਸਰੇ ਦਿਨ ਸਵੇਰੇ ਹੀ ਰੋਪੜ ਤੋਂ ਚੱਲ ਪਏ। ਦਿਨ ਢਲੇ ਤੱਕ ਆਪ ਚੱਲਦੇ ਅਤੇ ਫਿਰ ਰਾਤ ਬਤੀਤ ਕਰਨ ਵਾਸਤੇ ਕਿਸੇ ਪਿੰਡ ਠਹਿਰ ਜਾਂਦੇ ਸਨ। ਇਸ ਤਰ੍ਹਾਂ ਪੜਾਓ ਪੜਾਈ ਕੂਚ ਕਰਦੇ ਹੋਏ ਆਪ ਜੀ ਨਾਹਨ ਰਾਜ ਵਿੱਚ ਜਾ ਪਹੁੰਚੇ। ਜਦ ਨਾਹਨ ਦੇ ਰਾਜੇ ਨੂੰ ਆਪ ਜੀ ਦੇ ਆਉਣ ਦੀ ਖਬਰ ਹੋਈ ਤਾਂ ਉਹ ਆਪਣੇ ਮੰਤਰੀਆਂ ਅਤੇ ਸੈਨਾ ਸਹਿਤ ਬਹੁਮੁੱਲੀਆਂ ਸੁੰਦਰ ਭੇਟਾ ਲੈ ਕੇ ਸਤਿਗੁਰ ਜੀ ਨੂੰ ਅੱਗੇ ਹੋ ਕੇ ਮਿਲਿਆ ਅਤੇ ਬੜੇ ਪ੍ਰੇਮ ਤੇ ਸ਼ਰਧਾ ਨਾਲ ਸਤਿਗੁਰ ਜੀ ਨੂੰ ਆਪਣੇ ਬਾਗ ਵਿੱਚ ਸੁੰਦਰ ਸਥਾਨ ਤੇ ਡੇਰਾ ਕਰਾ ਦਿੱਤਾ। ਦੂਸਰੇ ਦਿਨ ਰਾਜਾ ਮੇਦਨੀ ਪ੍ਰਕਾਸ਼ ਨੇ ਬੇਨਤੀ ਕੀਤੀ ਕਿ ਆਪਣੇ ਮਨ ਭਾਉਂਦਾ ਸਥਾਨ ਪਸੰਦ ਕਰਕੇ ਤੁਸੀਂ ਮੇਰੇ ਰਾਜ ਵਿੱਚ ਜਿੱਥੇ ਚਾਹੋ ਆਪਣਾ ਕਿਲ੍ਹਾ ਵੀ ਬਣਵਾ ਲਵੋ। ਰਾਜੇ ਦੀ ਇਹ ਬੇਨਤੀ ਸੁਣ ਕੇ ਗੁਰੂ ਜੀ ਨੇ ਫਰਮਾਇਆ, ਤੂੰ ਪਹਿਲਾਂ ਸਾਨੂੰ ਉਹ ਸਥਾਨ ਨਾਲ ਚੱਲ ਕੇ ਵਿਖਾ ਜਿਹੜਾ ਤੂੰ ਆਪ ਵੇਖ ਕੇ ਸਾਡੇ ਲਈ ਪਸੰਦ ਕੀਤਾ ਹੋਇਆ ਹੈ। ਰਾਜਾ ਮੇਦਨੀ ਪ੍ਰਕਾਸ਼ ਨੇ ਕਿਹਾ, ਮੇਰੇ ਧੰਨ ਭਾਗ ਹਨ ਜੋ ਤੁਸੀਂ ਮੈਨੂੰ ਆਪਣੇ ਨਾਲ ਜਾਣ ਵਾਸਤੇ ਆਗਿਆ ਕੀਤੀ ਹੈ। ਦੂਸਰੇ ਦਿਨ ਸਵੇਰੇ ਹੀ ਕੂਚ ਕਰਨ ਵਾਸਤੇ ਰਣਜੀਤ ਨਗਾਰਾ ਵਜਾਇਆ ਗਿਆ। ਘੋੜਿਆਂ ਉੱਤੇ ਕਾਠੀਆਂ ਪਾ ਕੇ ਪੂਰੀ ਤਿਆਰੀ ਹੋ ਗਈ। ਨਾਨ ਦਾ ਰਾਜਾ ਵੀ ਘੋੜੇ ਉੱਤੇ ਸਵਾਰ ਹੋ ਕੇ ਗੁਰੂ ਜੀ ਨਾਲ ਜਾਣ ਵਾਸਤੇ ਤਿਆਰ ਹੋ ਕੇ ਆ ਗਿਆ। ਸਾਰਾ ਸੰਗ ਤੇ ਸਮਾਜ ਇਕੱਠਾ ਹੋ ਕੇ ਜੰਗਲ ਵਿੱਚ ਸ਼ਿਕਾਰ ਕਰਨ ਵਾਸਤੇ ਚਲੇ ਗਏ। ਜਦ ਰਣਜੀਤ ਨਗਾਰਾ ਵੱਜਦਾ ਹੈ ਤਾਂ ਗੂੰਜ ਪਹਾੜਾਂ ਦੀਆਂ ਦੂਨਾਂ ਵਿੱਚ ਦੂਰ ਦੂਰ ਤੱਕ ਗਰਜਦੀ ਸੁਣਾਈ ਦਿੰਦੀ ਹੈ। ਇੱਧਰ ਉੱਧਰ ਜੰਗਲ ਵਿੱਚ ਸ਼ਿਕਾਰ ਖੇਡਦੇ ਹੋਏ ਸਤਿਗੁਰ ਜੀ ਜਮਨਾ ਦੇ ਕੰਢੇ ਦੇ ਨਾਲ ਕੋਈ ਚੰਗਾ ਸਥਾਨ ਵੇਖਣ ਵਾਸਤੇ ਕਿਤਨੀ ਹੀ ਦੂਰ ਤੱਕ ਤੁਰ ਗਏ। ਇੱਕ ਥਾਂ ਜਿੱਥੇ ਪਹਾੜਾਂ ਦਾ ਬਹੁਤ ਸੁੰਦਰ ਦ੍ਰਿਸ਼ ਅਤੇ ਬ੍ਰਿਸ਼ਾਂ ਦੀ ਬੜੀ ਸੁੰਦਰ ਠੰਡੀ ਛਾਂ ਸੀ ਤਾਂ ਸਤਿਗੁਰ ਜੀ ਨੇ ਪਸੰਦ ਕਰਕੇ ਮੇਦਨੀ ਪ੍ਰਕਾਸ਼ ਨੂੰ ਆਖਿਆ ਕਿ ਇਹ ਜਗ੍ਹਾ ਸਾਨੂੰ ਪਸੰਦ ਹੈ। ਇੱਥੇ ਜਲ ਦੇ ਪ੍ਰਵਾਹ ਦਾ ਵੇਗ ਵੀ ਬੜਾ ਚੰਗਾ ਹੈ ਅਤੇ ਹੋਰ ਵੀ ਆਰਾਮ ਵਾਲੇ ਸਾਰੇ ਸਾਧਨ ਮੌਜੂਦ ਹਨ। ਇਹ ਆਖ ਕੇ ਸਤਿਗੁਰ ਜੀ ਘੋੜੇ ਤੋਂ ਉਤਰੇ ਅਤੇ ਫਰਸ਼ ਕਰਕੇ ਬੈਠ ਗਏ। ਮੇਦਨੀ ਪ੍ਰਕਾਸ਼ ਵੀ ਇਹ ਥਾਂ ਵੇਖ ਕੇ ਬੜਾ ਪ੍ਰਸੰਨ ਹੋਇਆ ਤੇ ਕਹਿਣ ਲੱਗਾ, ਗੁਰੂ ਜੀ ਤੁਸੀਂ ਬਹੁਤ ਸੁੰਦਰ ਜਗ੍ਹਾ ਪਸੰਦ ਕੀਤੀ ਹੈ। ਇੱਥੇ ਹੀ ਮੇਰੇ ਰਾਜ ਦੀ ਅਤੇ ਰਾਜਾ ਫਤਿਹ ਸ਼ਾਹ ਗੜ੍ਹ ਵਾਲੀਏ ਦੀ ਹੱਦ ਲੱਗਦੀ ਹੈ। ਫਤਿਹ ਸ਼ਾਹ ਦਾ ਰਾਜ ਮੇਰੇ ਰਾਜ ਨਾਲੋਂ ਵੱਡਾ ਹੈ ਅਤੇ ਉਹ ਕਈ ਵਾਰ ਮੈਨੂੰ ਅਕਾਰਨ ਹੀ ਤੰਗ ਕਰਦਾ ਰਹਿੰਦਾ ਹੈ। ਇਸ ਕਰਕੇ ਸਾਡਾ ਆਪਸ ਵਿੱਚ ਦੋਹਾਂ ਗਵਾਂਢੀ ਰਾਜਿਆਂ ਦਾ ਬਖੇੜਾ ਹੀ ਪਿਆ ਹੋਇਆ ਹੈ ਜੋ ਕਦੇ ਸ਼ਾਂਤ ਨਹੀਂ ਹੋਇਆ। ਇਸੇ ਕਰਕੇ ਹੀ ਮੈਂ ਤੁਹਾਨੂੰ ਬੇਨਤੀ ਕਰਕੇ ਇੱਥੇ ਸੱਦਿਆ ਹੈ, ਜਿਸ ਨੂੰ ਤੁਸੀਂ ਕਿਰਪਾ ਕਰਕੇ ਪ੍ਰਵਾਨ ਕੀਤਾ ਹੈ। ਤੁਹਾਡੇ ਇੱਥੇ ਦੋਹਾਂ ਰਾਜਾਂ ਦੀ ਹੱਦ ਉੱਤੇ ਨਿਵਾਸ ਕਰਨ ਨਾਲ ਮੈਂ ਰਾਜਾ ਫਤਿਹ ਸ਼ਾਹ ਵੱਲੋਂ ਨਿਰਭੈ ਹੋ ਜਾਵਾਂਗਾ। ਰਾਜੇ ਦੀ ਇਹ ਗੱਲ ਸੁਣ ਕੇ ਸਤਿਗੁਰ ਜੀ ਨੇ ਫਰਮਾਇਆ, ਸਾਡੇ ਇੱਥੇ ਬੈਠਿਆਂ ਤੇਰੇ ਸਾਹਮਣੇ ਕੋਈ ਨਹੀਂ ਹੋਵੇਗਾ। ਹੁਣ ਤੂੰ ਨਿਸ਼ਚਿੰਤ ਰਹੋ, ਕਿਸੇ ਦਾ ਡਰ ਮਨ ਵਿੱਚ ਨਾ ਰੱਖ। ਇਸ ਤਰ੍ਹਾਂ ਸਤਿਗੁਰ ਜੀ ਰਾਜੇ ਨਾਲ ਗੱਲਾਂ ਕਰ ਹੀ ਰਹੇ ਸਨ ਕਿ ਪਿੱਛੋਂ ਦੂਸਰੇ ਸਾਥੀ ਵੀ ਆ ਪਹੁੰਚ ਗਏ। ਸਭ ਨੇ ਆਪੋ ਆਪਣੀ ਥਾਂ ਡੇਰਾ ਕਰ ਲਿਆ। ਇੱਕ ਪਾਸੇ ਘੋੜੇ ਕਤਾਰਾਂ ਵਿੱਚ ਬੰਨ੍ਹ ਦਿੱਤੇ, ਦੂਜੇ ਪਾਸੇ ਸੁੰਦਰ ਜਗ੍ਹਾ ਉੱਤੇ ਸੁੰਦਰ ਚਾਂਦਨੀ ਲੱਗ ਗਈ, ਕਨਾਤਾਂ ਤਣ ਗਈਆਂ ਤੇ ਹੇਠਾਂ ਫਰਸ਼ ਗਲੀਚੇ ਹੋ ਗਏ। ਇਹ ਸਭ ਕੁਝ ਵੇਖ ਕੇ ਰਾਜਾ ਮੇਦਨੀ ਪ੍ਰਕਾਸ਼ ਬੜਾ ਪ੍ਰਸੰਨ ਹੋਇਆ ਤੇ ਆਗਿਆ ਲੈ ਕੇ ਆਪਣੇ ਨਗਰ ਨਾਨ ਨੂੰ ਚਲਿਆ ਗਿਆ। ਦੂਸਰੇ ਦਿਨ ਜਦ ਫੇਰ ਮੇਦਨੀ ਪ੍ਰਕਾਸ਼ ਦਰਸ਼ਨ ਕਰਨ ਆਇਆ ਤਾਂ ਸਤਿਗੁਰ ਜੀ ਨੇ ਕਿਹਾ, ਹੇ ਰਾਜਾ, ਯੋਧਿਆਂ ਦਾ ਵਸਣਾ ਸ਼ੇਰਾਂ ਵਾਂਗ ਹੁੰਦਾ ਹੈ। ਇਹਨਾਂ ਵਾਸਤੇ ਰੱਖਿਆਂ ਦੀ ਥਾਂ ਕੋਈ ਕਿਲ੍ਹਾ ਬਣਨਾ ਚਾਹੀਦਾ ਹੈ ਜਿਸ ਨਾਲ ਵੈਰੀਆਂ ਨੂੰ ਡਰ ਹੋਵੇ ਅਤੇ ਯੋਧਿਆਂ ਨੂੰ ਜਿੱਤ ਦੀ ਆਸ ਹੋਵੇ। ਰਾਜਾ ਨਾਨ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਆਪ ਜੀ ਦੇ ਹੁਕਮ ਅਨੁਸਾਰ ਮੈਂ ਸ਼ੀਘਰ ਹੀ ਮਸਾਲਾ, ਮਜ਼ਦੂਰ, ਕਾਰੀਗਰ ਇਕੱਠੇ ਕਰਕੇ ਅਤੇ ਆਪਣੀ ਸਾਰੀ ਪ੍ਰਜਾ ਨੂੰ ਸੱਦ ਕੇ ਕਿਲ੍ਹੇ ਦੀ ਤਿਆਰੀ ਉੱਤੇ ਲਾ ਦਿੰਦਾ ਹਾਂ। ਸਤਿਗੁਰੂ ਜੀ ਨੇ ਕਿਹਾ, ਹਾਂ ਤੂੰ ਵੀ ਆਪਣਾ ਸਾਰਾ ਸਮਾਨ ਇਕੱਠਾ ਕਰ ਅਤੇ ਅਸੀਂ ਵੀ ਆਪਣੀ ਸੈਨਾ ਤੇ ਯੋਧੇ ਉਹਨਾਂ ਨਾਲ ਲੈ ਦੇਵਾਂਗੇ।
ਇਸ ਤਰ੍ਹਾਂ ਕਿਲ੍ਹਾ ਸ਼ੀਘਰ ਹੀ ਤਿਆਰ ਹੋ ਜਾਵੇਗਾ ਅਤੇ ਫਿਰ ਕਿਸੇ ਦੁਸ਼ਮਣ ਦਾ ਡਰ ਨਹੀਂ ਰਹੇਗਾ, ਸਗੋਂ ਦੁਸ਼ਮਣ ਸਾਡੇ ਪਾਸੋਂ ਡਰਨ ਲੱਗ ਪਵੇਗਾ। ਇਸ ਤਰ੍ਹਾਂ ਪੂਰੀ ਸਲਾਹ ਕਰਕੇ ਬਹੁਤ ਕਾਰੀਗਰ, ਮਜ਼ਦੂਰ, ਪ੍ਰਜਾ ਦੇ ਲੋਕ ਅਤੇ ਸੈਨਿਕ ਇਕੱਠੇ ਹੋ ਕੇ ਕਿਲ੍ਹੇ ਦੀ ਤਿਆਰੀ ਕਰਨ ਲੱਗ ਪਏ। ਸਤਿਗੁਰੂ ਜੀ ਨੇ ਕਿਲ੍ਹੇ ਦੀ ਨੀਂਹ ਰੱਖਣ ਸਮੇਂ 1000 ਰੁਪਏ ਦਾ ਕੜਾਹ ਪ੍ਰਸ਼ਾਦ ਤਿਆਰ ਕਰਕੇ ਅਰਦਾਸ ਕੀਤੀ ਅਤੇ ਆਖਿਆ, ਹੇ ਗੁਰੂ ਨਾਨਕ ਦੇਵ ਜੀ, ਦਾਸ ਜਮਨਾ ਦੇ ਕਿਨਾਰੇ ਕਿਲ੍ਹਾ ਬਣਵਾਉਣ ਲੱਗਾ ਹੈ। ਆਪ ਜੀ ਨੇ ਸਦਾ ਸਹਾਈ ਹੋਣਾ, ਵਿਘਨਾਂ ਨੂੰ ਨਾਸ਼ ਕਰਨਾ। ਉਪਰੰਤ ਕੜਾਹ ਪ੍ਰਸ਼ਾਦ ਵਰਤਾ ਕੇ ਗੁਰੂ ਜੀ ਨੇ ਆਪਣੇ ਹੱਥ ਨਾਲ ਨੀਂਹ ਰੱਖ ਕੇ ਕਾਰੀਗਰਾਂ ਨੂੰ ਉਸ ਦੀ ਸਾਰੀ ਵਿਉਂਤ ਸਮਝਾ ਦਿੱਤੀ ਕਿ ਐਡਾ ਲੰਮਾ ਚੌੜਾ ਤੇ ਇਸ ਤਰ੍ਹਾਂ ਦਾ ਮੋਰਚੇਦਾਰ ਕਿਲ੍ਹਾ ਬਣਾਉਣਾ ਹੈ। ਇਸ ਵਿਉਂਤ ਅਨੁਸਾਰ ਹੀ ਕਾਰੀਗਰਾਂ ਨੇ ਕੰਮ ਆਰੰਭ ਕਰ ਦਿੱਤਾ। ਹਜ਼ਾਰਾਂ ਮਰਦ ਇਸਤਰੀਆਂ ਇਸ ਕੰਮ ਵਿੱਚ ਹਿੱਸਾ ਲੈਣ ਵਾਸਤੇ ਦੂਰ ਦੂਰ ਤੋਂ ਆਉਣ ਲੱਗ ਪਏ। ਇਸ ਤਰ੍ਹਾਂ ਜੰਗਲ ਵਿੱਚ ਮੰਗਲ ਬਣਿਆ ਵੇਖ ਕੇ ਗੁਰੂ ਜੀ ਬੜੇ ਪ੍ਰਸੰਨ ਹੁੰਦੇ। ਕੋਈ ਪੱਥਰ ਪੁੱਟਦਾ ਹੈ, ਕੋਈ ਚੁੱਕ ਕੇ ਲਿਆਉਂਦਾ ਹੈ, ਕੋਈ ਗਾਰਾ ਕਰਦਾ ਹੈ, ਕੋਈ ਲਿਆਉਂਦਾ ਹੈ, ਕੋਈ ਕਾਰੀਗਰ ਉਸ ਨੂੰ ਥਾਂ ਪਰ ਥਾਂ ਲਾ ਕੇ ਕੋਟ ਉਸਾਰੀ ਜਾ ਰਹੇ ਹਨ। ਇਸ ਤਰ੍ਹਾਂ ਬਹੁਤ ਆਦਮੀਆਂ ਦੇ ਮਿਲ ਕੇ ਕੰਮ ਕਰਨ ਨਾਲ ਬਹੁਤ ਰੌਲਾ ਮਚ ਜਾਂਦਾ ਹੈ, ਜਿਵੇਂ ਕਿ ਰਾਮ ਚੰਦਰ ਜੀ ਦੇ ਪੱਥਰ ਰੱਖ ਕੇ ਪੁਲ ਬਣਾਉਣ ਸਮੇਂ ਕੰਮ ਕਰਨ ਵਾਲਿਆਂ ਦਾ ਰੌਲਾ ਪੈਂਦਾ ਸੀ। ਦੀਵਾਨ ਆਨੰਦ ਚੰਦ ਅਤੇ ਸੰਗੋ ਸ਼ਾਹ ਆਦਿ ਪੰਜੇ ਭਰਾਤਾ ਪਾਸ ਖੜੇ ਹੋ ਕੇ ਇਸ ਕਾਰ ਦੀ ਦੇਖਭਾਲ ਕਰਾਉਂਦੇ। ਸਤਿਗੁਰੂ ਜੀ ਸਵੇਰ ਸ਼ਾਮ ਕਾਰ ਹੋਈ ਨੂੰ ਵੇਖ ਕੇ ਪ੍ਰਸੰਨ ਹੋ ਕੇ ਸਭ ਨੂੰ ਪ੍ਰਸ਼ੰਸਾ ਦਿੰਦੇ। ਦਿਨ ਰਾਤ ਗੁਰੂ ਕੀ ਬਹੁਤ ਦੇਗ ਚੱਲਦੀ ਹੈ, ਜਿਸ ਨੂੰ ਸਭ ਕੋਈ ਮਨ ਭਾਉਂਦਾ ਛਕ ਕੇ ਪ੍ਰਸੰਨ ਹੁੰਦਾ ਹੈ। ਇਸ ਤਰ੍ਹਾਂ ਜੁਟ ਕੇ ਕੰਮ ਕਰਨ ਨਾਲ 12 ਦਿਨ ਵਿੱਚ ਕਿਲ੍ਹਾ ਤਿਆਰ ਹੋ ਗਿਆ। ਸਤਿਗੁਰੂ ਜੀ ਨੇ ਰਾਜਾ ਮੇਦਨੀ ਪ੍ਰਕਾਸ਼ ਨੂੰ ਕਿਹਾ, ਹੁਣ ਤੈਨੂੰ ਤਦ ਤੱਕ ਕੋਈ ਡਰ ਨਹੀਂ ਹੈ ਜਦ ਤੱਕ ਅਸੀਂ ਇੱਥੇ ਬੈਠੇ ਹਾਂ। ਹੁਣ ਐਸਾ ਕੋਈ ਬਲੀ ਨਹੀਂ ਹੈ ਜਿਹੜਾ ਤੇਰੇ ਵੱਲ ਅੱਖ ਉੱਚੀ ਕਰਕੇ ਵੇਖ ਸਕੇ। ਜਿਹੜਾ ਵੀ ਚੜ੍ਹ ਕੇ ਆਵੇਗਾ ਉਹ ਆਪਣੀ ਮੌਤ ਲੈ ਕੇ ਹੀ ਜਾਵੇਗਾ। ਰਾਜੇ ਨੇ ਬੇਨਤੀ ਕੀਤੀ ਕਿ ਆਪ ਜੀ ਦੀ ਬੜੀ ਕਿਰਪਾ ਹੋਈ ਹੈ ਜੋ ਸਰਹੱਦ ਉੱਤੇ ਕਿਲ੍ਹਾ ਉਸਾਰ ਕੇ ਮੇਰੀ ਚਿੰਤਾ ਦੂਰ ਕਰ ਦਿੱਤੀ ਹੈ। ਉਪਰੰਤ ਕੁਝ ਦਿਨ ਰਾਜਾ ਗੁਰੂ ਜੀ ਨਾਲ ਜੰਗਲ ਵਿੱਚ ਸ਼ਿਕਾਰ ਆਦਿਕ ਖੇਡ ਕੇ ਉਹਨਾਂ ਦੀ ਪ੍ਰਸੰਨਤਾ ਲੈ ਕੇ ਵਾਪਸ ਆਪਣੇ ਨਗਰ ਨਾਨ ਨੂੰ ਵਾਪਸ ਚਲਿਆ ਗਿਆ। ਜਦ ਨੇੜੇ ਤੇੜੇ ਦੇ ਲੋਕਾਂ ਨੂੰ ਪਤਾ ਲੱਗਾ ਕਿ ਗੁਰੂ ਜੀ ਨੇ ਇੱਥੇ ਨਿਵਾਸ ਕਰ ਲਿਆ ਹੈ ਤਾਂ ਬਹੁਤ ਲੋਕ ਆਪ ਜੀ ਦੇ ਦਰਸ਼ਨਾਂ ਵਾਸਤੇ ਆਉਣ ਲੱਗ ਪਏ। ਉਹਨਾਂ ਵਿੱਚੋਂ ਭਾਵੇਂ ਕੋਈ ਹਿੰਦੂ ਹੋਵੇ ਤੇ ਭਾਵੇਂ ਕੋਈ ਮੁਸਲਮਾਨ, ਜੋ ਵੀ ਸ਼ਸਤਰਧਾਰੀ ਆਪ ਜੀ ਦੀ ਸੇਨਾ ਵਿੱਚ ਭਰਤੀ ਹੋਣਾ ਚਾਹੇ ਉਸ ਨੂੰ ਹੀ ਰੱਖ ਲੈਂਦੇ ਸਨ। ਇਸ ਤਰ੍ਹਾਂ ਆਪ ਜੀ ਪਾਸ ਬਹੁਤ ਯੋਧਿਆਂ ਦੀ ਸੈਨਾ ਤਿਆਰ ਹੋ ਗਈ। ਇਹਨਾਂ ਯੋਧਿਆਂ ਨਾਲ ਗੁਰੂ ਜੀ ਰੋਜ਼ ਜੰਗਲ ਵਿੱਚ ਸ਼ਿਕਾਰ ਕਰਨ ਅਤੇ ਹੋਰ ਸੂਰਮ ਗਤੀ ਦੀਆਂ ਖੇਡਾਂ ਕਰਨ ਜਾਂਦੇ ਅਤੇ ਜੰਗ ਦਾ ਅਭਿਆਸ ਕਰਦੇ। ਕੋਈ ਚੰਗਾ ਜਵਾਨ, ਚੰਗਾ ਸ਼ਸਤਰ ਅਤੇ ਚੰਗਾ ਘੋੜਾ ਵੀ ਆਪ ਜੀ ਪਾਸ ਆਉਂਦਾ, ਉਸ ਨੂੰ ਗੁਰੂ ਜੀ ਧਨ ਦੇ ਕੇ ਆਪਣੇ ਪਾਸ ਰੱਖ ਲੈਂਦੇ। ਆਨੰਦਪੁਰ ਤੋਂ ਉੱਠ ਕੇ ਗੁਰੂ ਜੀ ਦਾ ਇੱਥੇ ਪੈਰ ਟਿਕਿਆ, ਜਿਸ ਕਰਕੇ ਇਸ ਸਥਾਨ ਦਾ ਨਾਮ ਪਾਉਂ ਟਿਕਾ ਤੋਂ ਪਾਉਂਟਾ ਰੱਖਿਆ ਗਿਆ, ਜੋ ਸਾਰੇ ਦੇਸ਼ਾਂ ਪ੍ਰਦੇਸ਼ਾਂ ਵਿੱਚ ਪ੍ਰਸਿੱਧ ਹੈ। ਇੱਥੇ ਇਹ ਗੱਲ ਵੀ ਦੱਸਣਯੋਗ ਹੈ ਕਿ ਰਾਜਾ ਮੇਦਨੀ ਪ੍ਰਕਾਸ਼ ਨੇ ਸਤਿਗੁਰ ਜੀ ਨੂੰ ਆਪਣੇ ਰਾਜ ਵਿੱਚ ਉਚੇਚਾ ਸੱਦ ਕੇ ਨਿਵਾਸ ਕਿਉਂ ਕਰਾਇਆ। ਸੋ ਗੱਲ ਇਸ ਤਰ੍ਹਾਂ ਸੀ ਕਿ ਰਾਜਾ ਮੇਦਨੀ ਪ੍ਰਕਾਸ਼ ਨਾਹਨਪਤੀ ਅਤੇ ਰਾਜਾ ਫਤਿਹ ਸ਼ਾਹ ਸ਼੍ਰੀਨਗਰ ਗੜਵਾਲ ਪਤੀ ਦੇ ਰਾਜਾ ਦੀ ਹੱਦ ਮਿਲਦੀ ਸੀ, ਜਿਸ ਕਰਕੇ ਦੋਹਾਂ ਦਾ ਕੋਈ ਨਾ ਕੋਈ ਝਗੜਾ ਛਿੜਿਆ ਹੀ ਰਹਿੰਦਾ ਸੀ। ਇਸ ਕਰਕੇ ਝਗੜੇ ਦੇ ਕਾਰਨ ਰਾਜਾ ਨਾਨ ਸਦਾ ਫਤਿਹ ਸ਼ਾਹ ਦਾ ਦੁਬੇਲ ਹੀ ਰਹਿੰਦਾ ਸੀ, ਕਿਉਂਕਿ ਨਾਨ ਰਾਜ ਨਾਲੋਂ ਫਤਿਹ ਸ਼ਾਹ ਦਾ ਰਾਜ ਵੱਡਾ ਸੀ। ਉਸ ਪਾਸ ਸੈਨਾ ਬਹੁਤ ਸੀ ਅਤੇ ਉਸ ਤੋਂ ਉਪਰੰਤ ਬਾਬਾ ਰਾਮ ਰਾਏ ਕਰਾਮਾਤ ਵਿੱਚ ਪ੍ਰਸਿੱਧ ਸਨ ਅਤੇ ਔਰੰਗਜ਼ੇਬ ਉਹਨਾਂ ਦੀ ਮੰਨਦਾ ਸੀ। ਉਸ ਦੇ ਰਾਜ ਵਿੱਚ ਹੀ ਦੇਹਰਾਦੂਨ ਰਹਿੰਦੇ ਸਨ। ਇਹਨਾਂ ਦੀ ਸਹਾਇਤਾ ਦੀ ਵੀ ਫਤਿਹ ਸ਼ਾਹ ਨੂੰ ਪ੍ਰਾਪਤ ਸੀ। ਇਸ ਕਰਕੇ ਜਦ ਰਾਜਾ ਨਾਨ ਨੇ ਕਰਾਮਾਤ ਅਤੇ ਸੂਰਮਤਾਈ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਸੁਣਿਆ, ਪੂਰਨ ਜਸ ਸੁਣਿਆ, ਤਾਂ ਉਸਨੇ ਆਪਣੇ ਰੱਖਿਆ ਵਾਸਤੇ ਸਤਿਗੁਰੂ ਜੀ ਨੂੰ ਉਚੇਚਾ ਬੇਨਤੀ ਪੱਤਰ ਭੇਜ ਕੇ ਸੱਦਿਆ ਤੇ ਕਿਲ੍ਹਾ ਆਦਿਕ ਬਣਾਉਣ ਵਿੱਚ ਹਰ ਪ੍ਰਕਾਰ ਦੀ ਸਹਾਇਤਾ ਭੇਜੀ ਸੀ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।